ਬਰੋਸ਼ਰ ਦਿੱਤੇ ਹੋਏ ਸੀਗੇ ਵੀ ਤੁਹਾਨੂੰ ਅਸੀਂ ਕਲੱਬ ਹਾਊਸ ਬਹੁਤ ਵਧੀਆ ਦੇਵਾਂਗੇ। ਇਹਦੇ ਵਿੱਚ ਤੁਹਾਡੀ ਇਨਡੋਰ ਗੇਮਸ ਹੋਣਗੀਆਂ, ਇਹਦੇ ਵਿੱਚ ਜਿਮ ਹੋਏਗਾ, ਇਹਦੇ ਵਿੱਚ ਅੱਛੀ ਫੈਸਿਲਿਟੀਡ ਹੋਏਗਾ, ਇਹਦੇ ਵਿੱਚ ਕਮਿਊਨਿਟੀ ਸੈਂਟਰ ਹੋਏਗਾ, ਰੋਡ ਵਧੀਆ ਸਾਫ ਸੁਥਰੇ ਹੋਣਗੇ, ਸਾਰੀ ਗਲੀ ਸਟਰੀਟ ਲਾਈਟ ਹੋਏਗੀ, STP ਪਲਾਂਟ ਹੋਏਗਾ। ਕੋਈ ਆ ਰੋਡ ਤੁਹਾਡੇ ਸਾਹਮਣੇ ਹੈਗੇ, ਸਾਰੇ ਰੋਡ ਟੁੱਟੇ ਪਏ ਆ, ਸਟਰੀਟ ਲਾਈਟਾਂ ਪ੍ਰੋਪਰ ਕੋਈ ਨਹੀਂ ਚੱਲ ਰਹੀਆਂ, STP ਪਲਾਂਟ ਅੱਜ ਤੱਕ ਲੱਗਿਆ ਹੀ ਨਹੀਂਗਾ। ਪੰਜ ਚੋਰੀਆਂ ਸਾਡੇ ਪਿਛਲੇ 3 ਦਿਨਾਂ ਦੇ ਵਿੱਚ ਹੋਈਆਂ, ਉਦੋਂ ਪਹਿਲਾਂ 8-9 ਚੋਰੀਆਂ ਪਹਿਲੇ ਹੋ ਚੁੱਕੀਆਂ, ਘੱਟੋ ਘੱਟ 13-14 ਚੋਰੀਆਂ ਹੋ ਚੁੱਕੀਆਂ ਗਾ। ਅਸੀਂ ਬਿਲਡਰ ਨੂੰ ਪਹਿਲਾਂ ਬੜੀ ਵਾਰ ਜਾ ਕੇ ਉਹਨਾਂ ਦੇ ਆਫਿਸ 'ਚ ਵੀ ਮਿਲ ਚੁੱਕੇ ਹਾਂ, ਬੜੀ ਵਾਰ ਕਹਿ ਚੁੱਕੇ ਹਾਂ। ਇਹ ਇੱਥੋਂ ਖੁੱਲਾ MC ਦਾ ਜਿਹੜਾ ਗਾਹਾਂ ਕੋਈ ਨਾਲਾ ਜਾ ਰਿਹਾ ਹੈਗਾ, ਉਸ ਨਾਲੇ ਦੇ ਵਿੱਚ ਸਿੱਟ ਰੱਖਿਆ ਹੈਗਾ ਓਪਨ ਦੇ ਵਿੱਚ, ਉੱਥੇ ਨਾਲਾ ਗਾਹਾਂ ਜਿਹੜੇ ਉੱਥੇ ਇੰਡਸਟਰੀ ਏਰੀਆ ਦੇ ਕੋਲੋਂ ਜਾ ਰਿਹਾ ਹੈਗਾ, ਉਹਦੇ ਵਿੱਚ ਜਾ ਰਿਹਾ ਹੈਗਾ। ਔਰ ਅਸੀਂ ਇਹਨੂੰ ਕਈ ਵਾਰੀ ਕਹਿੰਦੇ STP ਕਹਿੰਦੇ ਤੁਹਾਨੂੰ STP ਦੀ ਲੋੜ ਕੀ ਹੈਗੀ, ਸਾਨੂੰ ਹਮੇਸ਼ਾ ਇਹ ਜਵਾਬ ਦਿੱਤਾ ਜਾ ਰਿਹਾ ਹੈਗਾ। ਕਹਿੰਦੇ ਪਹਿਲਾਂ ਪਿਛਲਾ ਸਾਰਾ ਬੈਲੈਂਸ ਕਲੀਅਰ ਕਰੋ, ਪਿਛਲਾ ਕੋਈ ਬੈਲੈਂਸ ਹੁੰਦਾ ਹੀ ਨਹੀਂ, ਮੇਨਟੇਨੈਂਸ ਮੰਗਦੇ ਆ ਤੇ ਨਾਲੇ ਹੋਲਡਿੰਗ ਚਾਰਜ ਮੰਗਦੇ ਆ। ਕਿਤੇ ਤਾਂ 5 ਲੱਖ 4 ਲੱਖ 3 ਲੱਖ ਇਹਨਾਂ ਨੇ ਬਣਾਇਆ ਹੋਇਆ ਹੈਗਾ। 2015 ਵਿੱਚ ਇਸਨੇ 2 ਕਰੋੜ 76 ਲੱਖ ਪੂਰੀ ਪੇਮੈਂਟ ਕਰਨੀ ਸੀ, ਜੋ ਇਸਨੇ ਅੱਜ ਤੱਕ ਨਹੀਂ ਕੀਤੀ। ਇਹ ਜੋ ਆਮ ਲੋਕ ਆ, ਜਦ ਵੀ ਇਹਨਾਂ ਦੀਆਂ ਪ੍ਰਾਪਰਟੀ ਰਜਿਸਟਰ ਹੋ ਰਹੀ ਹੈ ਤੇ ਇਹਨਾਂ ਨੂੰ ਰੈਗੂਲਾਈਜ਼ ਕਰਨ ਲਈ ਤਕਰੀਬਨ 1.5 ਤੋਂ 2 ਲੱਖ ਰੁਪਇਆ ਫੰਡ ਦੇਣਾ ਪੈਂਦਾ ਹੈ, ਜਦ ਕਿ ਤਹਿਸੀਲਦਾਰ ਇਹ ਰਜਿਸਟਰੀਆਂ ਕਰ ਹੀ ਨਹੀਂ ਸਕਦਾ ਸੀ। ਤਹਿਸੀਲਦਾਰ ਨੇ ਇਹ ਰਜਿਸਟਰੀਆਂ ਕਿੱਦਾਂ ਕੀਤੀਆਂ? दूसरा मुद्दा कि MC साडे इन्हां लोकां तो क्यों रेगुलाइजेशन दे चार्जेस ले रहा है, जबकि वो चार्जेस दी पेनल्टी उसनू बिल्डर ते लगानी सी, उसने अज तक क्यों नहीं लगाई? मेरे को होल्डिंग चार्ज के नाम पे 4,85,000 मांगे गए, मैंने इनको देने से मना कर दिया, मैं इनलीगल है ये। और जब मैं चौथे दिन मैंने आना था तो मैंने कैमरे से देखा कि मेरे घर में 3 चोर घुसे हुए हैं। उन्होंने गेट टापा और मेरे घर का दरवाज़ा तोड़ा और उन्होंने मेरे लॉकर से मेरे जो ज्वेलरी थी वो उठा के ले गए, सारे घर को तहस नहस किया है। मेरा ये है कि मैं पिछले 8 साल से रह रही हूँ, मैं सोसाइटी चार्जेस भी दे रही हूँ, उसके बावजूद मेरी कोई सेफ्टी नहीं है। ਸੀਗੀ ਸਾਨੂੰ ਬਰੋਸ਼ਰ ਦਿੱਤੇ ਹੋਏ ਸੀਗੇ ਵੀ ਤੁਹਾਨੂੰ ਅਸੀਂ ਕਲੱਬ ਹਾਊਸ ਬਹੁਤ ਵਧੀਆ ਦੇਵਾਂਗੇ, ਇਹਦੇ ਵਿੱਚ ਤੁਹਾਡੀ ਇਨਡੋਰ ਗੇਮਸ ਹੋਣਗੀਆਂ, ਇਹਦੇ ਵਿੱਚ ਜਿਮ ਹੋਏਗਾ, ਇਹਦੇ ਵਿੱਚ ਅੱਛੀ ਫੈਸਿਲਿਟੀਡ ਹੋਏਗਾ, ਇਹਦੇ ਵਿੱਚ ਕਮਿਊਨਿਟੀ ਸੈਂਟਰ ਹੋਏਗਾ, ਰੋਡ ਵਧੀਆ ਸਾਫ ਸੁਥਰੇ ਹੋਣਗੇ, ਸਾਰੀ ਗਲੀ ਸਟਰੀਟ ਲਾਈਟ ਹੋਏਗੀ, STP ਪਲਾਂਟ ਹੋਏਗਾ, ਪੂਰੀ ਬਾਉਂਡਰੀ ਵਾਲ ਹੋਏਗੀ, ਕੈਮਰੇ ਨਾਲ ਸਾਰੀ ਪ੍ਰੋਟੈਕਟਡ ਹੋਏਗੀ ਔਰ ਸਾਰੀਆਂ ਨੇ ਫੈਸਿਲਿਟੀਆਂ ਸਾਨੂੰ ਰਿਟਰਨ ਦੇ ਵਿੱਚ ਦਿੱਤੀਆਂ ਔਰ ਸਾਡੇ ਕੋਲ ਲਿਆ। ਇਸ ਕਲੱਬ ਹਾਊਸ ਅਸੀਂ 45,000 ਪਰ ਅੱਜ ਤੱਕ ਅਸੀਂ ਯੂਜ਼ ਕਰ ਜੋਗੇ। ਦੇਖੋ ਜੀ ਸਾਹਮਣੇ ਸਾਰਾ ਟੁੱਟਿਆ ਪਿਆ ਹੈਗਾ, ਕੋਈ ਆ ਰੋਡ ਤੁਹਾਡੇ ਸਾਹਮਣੇ ਹੈਗੇ, ਸਾਰੇ ਰੋਡ ਟੁੱਟੇ ਪਏ ਆ, ਸਟਰੀਟ ਲਾਈਟਾਂ ਪ੍ਰੋਪਰ ਕੋਈ ਨਹੀਂ ਚੱਲ ਰਹੀਆਂ, STP ਪਲਾਂਟ ਅੱਜ ਤੱਕ ਲੱਗਿਆ ਹੀ ਨਹੀਂਗਾ, ਥਾਂ ਤੇ ਹੀ ਨਹੀਂ ਲੱਗਿਆਗਾ। ਸਾਡੀ ਬਾਉਂਡਰੀ ਵਾਲ ਤੇ ਅੱਜ ਤੱਕ ਬਾਹਰੋਂ ਸਾਰੀ ਖੁੱਲੀ ਪਈ ਹੈ, ਮੋਸਟਲੀ ਸਾਰੀ ਖੁੱਲੀ ਪਈ ਹੈ, ਬਾਹਰੋਂ ਚੋਰ ਆਉਂਦੇ ਆ। ਹੁਣ ਸਾਡੇ ਪਿਛਲੇ 3 ਦਿਨਾਂ ਦੇ ਵਿੱਚ 4 ਚੋਰੀਆਂ ਹੋਈਆਂ, 5 ਚੋਰੀਆਂ ਹੋਈਆਂ, 5 ਚੋਰੀਆਂ ਸਾਡੇ ਪਿਛਲੇ 3 ਦਿਨਾਂ ਦੇ ਵਿੱਚ ਹੋਈਆਂ, ਉਦੋਂ ਪਹਿਲਾਂ 8-9 ਚੋਰੀਆਂ ਪਹਿਲੇ ਹੋ ਚੁੱਕੀਆਂ, ਘੱਟੋ ਘੱਟ 13-14 ਚੋਰੀਆਂ ਹੋ ਚੁੱਕੀਆਂ ਗਾ। ਅਸੀਂ ਬਿਲਡਰ ਨੂੰ ਪਹਿਲਾਂ ਬੜੀ ਵਾਰ ਜਾ ਕੇ ਉਹਨਾਂ ਦੇ ਆਫਿਸ 'ਚ ਵੀ ਮਿਲ ਚੁੱਕੇ ਹਾਂ, ਬੜੀ ਵਾਰ ਕਹਿ ਚੁੱਕੇ ਹਾਂ ਕਿ ਸਰ ਸਾਡੀ ਸਮੱਸਿਆ ਹੱਲ ਕਰੋ, ਸਾਡੀ ਸਮੱਸਿਆ ਹੱਲ ਕਰੋ। 3 ਸਾਲ ਦੇ ਵਿੱਚ ਸੁਸਾਇਟੀ ਹੈਂਡਓਵਰ ਹੋ ਜਾਂਦੀ ਹੈ, ਬਿਲਡਰ ਦਾ ਕੰਮ ਆਉਂਦਾ ਸੁਸਾਇਟੀ ਨੂੰ ਬਣਾਉਣਾ। ਅਗਰ ਉਹਨੇ ਨਹੀਂ ਬਣਾਉਂਦਾਗਾ ਤੇ ਉਹਦਾ ਇਸ਼ੂ ਹੈਗਾਗਾ। ਮੇਨਟੇਨ ਕਰਨਾ ਬਿਲਡਰ ਦਾ ਕੰਮ ਨਹੀਂ ਹੁੰਦਾਗਾ, ਮੇਨਟੇਨ ਕਰਨੀ ਮੇਨਟੇਨੈਂਸ ਕੰਪਨੀ ਹੁੰਦੀ ਹੈ। ਬਿਲਡਰ ਨੇ ਅੱਜ ਤੱਕ 2014 ਤੋਂ ਲੈ ਕੇ 2025 ਚੜ ਗਿਆ, ਅੱਜ ਤੱਕ ਇਹਨੇ ਕੰਪਲੀਸ਼ਨ ਹੀ ਨਹੀਂ ਕੀਤੀ। ਨਾ ਸਾਡੇ ਕੋਲ OC ਸਰਟੀਫਿਕੇਟ ਹੈ, ਨਾ ਸਾਡੇ ਕੋਲ CC ਸਰਟੀਫਿਕੇਟ ਹੈ, ਨਾ ਸਾਡੇ ਕੋਲ STP ਹੈ। ਸਾਡਾ ਪਾਣੀ ਇੰਨਾ ਗੰਦਾ ਹੋਗਾ, ਇੱਕ ਮੋਟਰ ਹੈਗੀ, ਬਾਰਿਸ਼ ਆ ਜਾਂਦਾ ਤਾਂ ਇਤਨਾ ਗੰਦਾ ਪਾਣੀ ਆਉਂਦਾ, ਸਾਡੇ ਪੀਣ ਛੱਡ ਨਹਾਉਣ ਦੇ ਲਾਇਕ ਵੀ ਨਹੀਂ ਰਹਿੰਦਾਗਾ। ਅਸੀਂ ਪੂਰੀ ਸੁਸਾਇਟੀਆਂ ਦੇ ਬਹੁਤ ਪਰੇਸ਼ਾਨ ਹੈਗੇ ਆ। ਅਸੀਂ ਬੜੀ ਵਾਰੀ ਬਿਲਡਰ ਨੂੰ ਇੰਟੀਮੇਸ਼ਨ ਦਿੱਤਾ, ਪਰਸੋਂ ਵੀ ਦਿੱਤਾ, ਉਦੋਂ ਦਿੱਤਾ। ਇਹਨੇ ਪਰਸੋਂ ਚੌਥੇ ਅਖਬਾਰ ਦੇ ਵਿੱਚ ਆਪਣੀ ਇੱਕ ਕਰਨ ਭੰਡਾਰੀ ਇਹਨਾਂ ਦਾ ਇੰਪਲੋਈ ਹੈਗਾ ਨੇ ਲਿਖ ਕੇ ਦਿੱਤਾ ਕਿ ਅਸੀਂ ਬਹਿ ਕੇ ਮੀਟਿੰਗ ਕਰਕੇ ਗੱਲਬਾਤ ਕਰਾਂਗੇ। ਅਸੀਂ ਅੱਜ ਵੀ ਇਹਨਾਂ ਨੂੰ ਰਿਟਨ ਦੇ ਵਿੱਚ ਲੈਟਰ ਦਿੱਤਾ ਗਾ ਵੀ ਤੁਸੀਂ ਆਓ ਸਾਡੇ ਨਾਲ ਗੱਲਬਾਤ ਕਰਕੇ ਸਾਡੀ ਸਮੱਸਿਆ ਸੁਲਝਾਓ, ਬਟ ਕੋਈ ਵੀ ਸਮੱਸਿਆ ਸਾਡੀਆਂ ਨਹੀਂ ਸੁਲਝਾ ਰਿਹਾ। ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਹੈ ਕਿ ਸਾਡੀ ਇਹ ਸਮੱਸਿਆ ਦਾ ਹੱਲ ਹੋਏ। ਇਹਦਾ ਜੀ 2015 ਮੇਰਾ ਪਲਾਟ ਨੰਬਰ ਹੈ। STP ਪਲਾਂਟ ਇਹਨੇ ਅੱਜ ਤੱਕ ਵੀ ਇੱਥੇ ਲਗਾਇਆ ਨਹੀਂ ਹੈ। ਇਹਨੇ ਜਿਹੜਾ ਸੀਵਰੇਜ ਦਾ ਹੁੰਦਾਗਾ ਇਹ ਇੱਥੋਂ ਖੁੱਲਾ MC ਦਾ ਜਿਹੜਾ ਗਾਹਾਂ ਕੋਈ ਨਾਲਾ ਜਾ ਰਿਹਾ ਹੈਗਾ, ਉਸ ਨਾਲੇ ਦੇ ਵਿੱਚ ਸਿੱਟ ਰੱਖਿਆ ਹੈਗਾ ਓਪਨ ਦੇ ਵਿੱਚ, ਉੱਥੇ ਨਾਲਾ ਗਾਹਾਂ ਜਿਹੜੇ ਉੱਥੇ ਇੰਡਸਟਰੀ ਏਰੀਆ ਦੇ ਕੋਲੋਂ ਜਾ ਰਿਹਾ ਹੈਗਾ, ਉਹਦੇ ਵਿੱਚ ਜਾ ਰਿਹਾ ਹੈਗਾ। ਔਰ ਅਸੀਂ ਇਹਨੂੰ ਕਈ ਵਾਰੀ ਕਹਿੰਦੇ STP ਕਹਿੰਦੇ ਤੁਹਾਨੂੰ STP ਦੀ ਲੋੜ ਕੀ ਹੈਗੀ, ਸਾਨੂੰ ਹਮੇਸ਼ਾ ਇਹ ਜਵਾਬ ਦਿੱਤਾ ਜਾ ਰਿਹਾ ਹੈਗਾ ਇਹਨਾਂ ਦਾ। ਤੇ ਜਿਹੜੀ ਚੋਰੀਆਂ ਹੁੰਦੀਆਂ ਉਹ ਕਿਉਂ ਹੋ ਰਹੀਆਂ? ਸਰ ਸਾਰੀ ਸੁਸਾਇਟੀ ਚਾਰੋਂ ਤਰਫੋਂ ਸੇ ਜੇ ਓਪਨ ਪਈ ਹੈ,
कई थां ते अगर वॉल हो रखी है तो सारी 2 ਤੋਂ 2.5 फुट हो रखी है, कोई कहीं थां ते 3 फुट हो रखी है, उत्ते कोई वायरिंग नहीं है, कोई कैमरा नहीं है, कोई कुछ नहीं है। बड़े कई थां ते बिल्कुल बिल्कुल ओपन पई है, चोर आराम नाल आंदे आ, आराम नाल जांदे आ। कल दी ਜਿਹੜੀ ਇੱਕ परसों ਜਿਹੜੀ ਸਾਡੀ ਇੱਕ ਬਾਈਕ ਚੋਰੀ ਹੋਈ ਸੀ ਸੁਸਾਇਟੀ ਤੋਂ, ਉਹਦੇ ਵਿੱਚ ਅਸੀਂ ਆਪ ਜਾ ਕੇ ਜਦੋਂ ਇਨਕੁਆਇਰੀ ਕੀਤੀ, ਦੀਵਾਰ ਕੁਦਾ ਕੇ ਬਾਈਕ ਲੈ ਕੇ ਗਏ ਇਸ ਖੇਤ ਦੇ ਵਿੱਚੋਂ ਦੀ। ਦੀਵਾਰ ਵੀ ਸਿਰਫ ਐਨੀ ਦੀ ਸੀਗੀ, ਬੜੀ ਆਸਾਨੀ ਨਾਲ ਚੋਰ ਨੇ ਬਾਈਕ ਨੂੰ ਦੀਵਾਰ ਕੁਦਾਈ ਔਰ ਖੇਤ ਦੇ ਵਿੱਚੋਂ ਲੈ ਕੇ ਫਰਾਰ ਹੋ ਗਏ। ਪਿਛਲੇ ਟਾਈਮ 'ਚ ਕਿੰਨੀ ਚੋਰੀਆਂ ਹੋ ਚੁੱਕੀਆਂ? ਉਹ ਤੋਂ ਪਹਿਲਾਂ 7-8 ਚੋਰੀਆਂ ਪਹਿਲਾਂ ਹੋ ਚੁੱਕੀਆਂ ਜੀ। ਜਦੋਂ ਆਪਣੇ ਪਲਾਟ ਤੇ ਕੰਮ ਕਰਨ ਸ਼ੁਰੂ ਕਰਨਾ ਚਾਹੁੰਦਾ ਤਾਂ ਉਦੋਂ ਪਹਿਲਾਂ ਹੋਲਡਿੰਗ ਚਾਰਜ ਮੰਗਦੇ ਆ। ਕਹਿੰਦੇ ਆ ਪਹਿਲਾਂ ਪਿਛਲਾ ਸਾਰਾ ਬੈਲੈਂਸ ਕਲੀਅਰ ਕਰੋ, ਪਿਛਲਾ ਕੋਈ ਬੈਲੈਂਸ ਹੁੰਦਾ ਹੀ ਨਹੀਂ, ਮੇਨਟੇਨੈਂਸ ਮੰਗਦੇ ਆ ਤੇ ਨਾਲੇ ਹੋਲਡਿੰਗ ਚਾਰਜ ਮੰਗਦੇ ਆ। ਕਿਤੇ ਤਾਂ 5 ਲੱਖ 4 ਲੱਖ 3 ਲੱਖ ਇਹਨਾਂ ਨੇ ਬਣਾਇਆ ਹੋਇਆ ਹੈਗਾ। ਉਹ ਪਹਿਲਾਂ ਦਿਓ ਤਾਂ ਆਪਣੇ ਪਲਾਟ ਤੇ ਕੰਮ ਸ਼ੁਰੂ ਕਰੋ, ਨਹੀਂ ਤਾਂ ਤੁਸੀਂ ਆਪਣੇ ਪਲਾਟ ਤੇ ਕੰਮ ਹੀ ਨਹੀਂ ਸ਼ੁਰੂ ਕਰ ਸਕਦੇ। ਬਾਕੀ ਸੜਕਾਂ ਦਾ ਬੁਰਾ ਹਾਲ ਆ, ਬਾਕੀ ਵੀਰ ਜੀ ਨੇ ਤੁਹਾਨੂੰ ਦੱਸਿਆ ਹੀ ਆ ਵੀ ਕੀ ਪ੍ਰੋਬਲਮ ਸਾਡੀ ਹੈਗੀ ਆ, ਕੋਈ ਹੱਲ ਨਹੀਂ ਹੈਗਾ ਇਹਦੇ ਇੱਥੇ। ਕਿੱਥੇ ਤੱਕ ਸ਼ਿਕਾਇਤ ਕਰ ਚੁੱਕੇ ਹੋ? ਅਸੀਂ ਆਈ ਐਮ ਲੀਗਲੀ ਰਿਪਰੈਜ਼ੈਂਟਿੰਗ ਆਲ ਦੀ ਸੋਸਾਇਟੀ, ਪੂਰੀ ਸੋਸਾਇਟੀ ਨੂੰ ਲੀਗਲੀ ਰਿਪਰੈਜ਼ੈਂਟ ਕਰ ਰਹੀ ਹਾਂ। ਇਸ ਸੋਸਾਇਟੀ ਦਾ ਸਭ ਤੋਂ ਪਹਿਲਾ ਮੇਨ ਮੁੱਦਾ ਹੈ 2014 'ਚ ਇਹ ਗਮਾਡਾ ਦੇ ਦੁਆਰਾ ਆਥੋਰਾਈਜ਼ਡ ਕਲੋਨੀ ਹੋਈ ਹੈ। 2015 ਵਿੱਚ ਇਸਨੇ 2 ਕਰੋੜ 76 ਲੱਖ ਪੂਰੀ ਪੇਮੈਂਟ ਕਰਨੀ ਸੀ, ਜੋ ਇਸਨੇ ਅੱਜ ਤੱਕ ਨਹੀਂ ਕੀਤੀ। ਇਹ ਜੋ ਆਮ ਲੋਕ ਆ, ਜਦ ਵੀ ਇਹਨਾਂ ਦੀਆਂ ਪ੍ਰਾਪਰਟੀ ਰਜਿਸਟਰ ਹੋ ਰਹੀ ਹੈ ਤੇ ਇਹਨਾਂ ਨੂੰ ਰੈਗੂਲਾਈਜ਼ ਕਰਨ ਲਈ ਤਕਰੀਬਨ 1.5 ਤੋਂ 2 ਲੱਖ ਰੁਪਇਆ ਫੰਡ ਦੇਣਾ ਪੈਂਦਾ ਹੈ, ਜਦ ਕਿ ਤਹਿਸੀਲਦਾਰ ਇਹ ਰਜਿਸਟਰੀਆਂ ਕਰ ਹੀ ਨਹੀਂ ਸਕਦਾ ਸੀ। ਤਹਿਸੀਲਦਾਰ ਨੇ ਇਹ ਰਜਿਸਟਰੀਆਂ ਕਿੱਦਾਂ ਕੀਤੀਆਂ? ਪਹਿਲੀ ਗੱਲ। ਦੂਸਰਾ ਮੁੱਦਾ ਕਿ ਐਮਸੀ ਸਾਡੇ ਇਹਨਾਂ ਲੋਕਾਂ ਤੋਂ ਕਿਉਂ ਰੈਗੂਲਾਈਜੇਸ਼ਨ ਦੇ ਚਾਰजेस ਲੈ ਰਿਹਾ ਹੈ, ਜਦ ਕਿ ਉਹ ਚਾਰजेस ਦੀ ਪੈਨਲਟੀ ਉਸ ਨੂੰ ਬਿਲਡਰ ਤੇ ਲਗਾਣੀ ਸੀ, ਉਸਨੇ ਅੱਜ ਤੱਕ ਕਿਉਂ ਨਹੀਂ ਲਗਾਈ? ਸੈਕਿੰਡ, ਇਸਨੇ ਜੋ ਸਾਨੂੰ ਸੁਪਨੇ ਦਿਖਾ ਕੇ ਇਹ ਪਲਾਟ ਵੇਚੇ ਸੀ, ਇਨਕਲੂਡ ਮੇਰਾ ਪਲਾਟ ਖੁਦ ਦਾ ਆਪਣਾ ਇੱਥੇ ਹੈ। ਜਦ ਇਹ ਪਲਾਟ ਵੇਚੇ ਗਏ ਸੀ, ਬਹੁਤ ਸੋਹਣੇ ਸੁਪਨੇ ਦਿਖਾਏ ਗਏ ਸੀ, ਐਸਟੀਪੀ ਪਲਾਂਟ, ਜਿਮ, ਲਾਇਬ੍ਰੇਰੀ, ਐਵਰੀਥਿੰਗ। ਇੱਥੇ ਕੁਝ ਵੀ ਨਹੀਂ ਹੈ। ਇਸ ਕਮਿਊਨਿਟੀ ਹਾਲ ਦਾ ਤਕਰੀਬਨ 35 ਹਜ਼ਾਰ ਇੱਕ ਬੰਦੇ ਤੋਂ ਲਿਆ ਗਿਆ, ਜਿਵੇਂ ਐਸਟੀਮੇਟ ਲਗਾਵਾਂ 5 ਕਰੋੜ ਦੇ ਤਕਰੀਬਨ ਬੰਦਾ ਹੈ। ਬਟ ਸਾਡਾ ਕਮਿਊਨਿਟੀ ਹਾਲ ਅੱਜ ਵੀ ਅਸੀਂ ਯੂਜ਼ ਨਹੀਂ ਕਰ ਸਕਦੇ, ਬਹੁਤ ਵਰਸ ਸਿਚੁਏਸ਼ਨ 'ਚ ਆ ਔਰ ਇਸ ਦੀ ਚਾਬੀ ਨਹੀਂ ਦਿੱਤੀ ਜਾਂਦੀ। ਮੋਰ ਓਵਰ ਇੱਥੇ ਏਸੀ ਵੀ ਲੱਗਿਆ, ਬਹੁਤ ਵਰਸ ਕੰਡੀਸ਼ਨ 'ਚ ਆ। ਨਾਓ ਮੇਰਾ ਥਰਡ ਪੁਆਇੰਟ, OC ਐਂਡ CC, ਆਕੂਪੇਸ਼ਨ ਸਰਟੀਫਿਕੇਟ ਐਂਡ ਕੰਪਲੀਸ਼ਨ ਸਰਟੀਫਿਕੇਟ, ਰੇਰਾ, ਸੁਪਰੀਮ ਕੋਰਟ ਸਭ ਦੇ ਆਰਡਰ ਹੈ ਕਿ ਜਦ ਵੀ ਕੋਈ ਬਿਲਡਰ ਸੁਸਾਇਟੀ ਬਣਾਉਂਦਾ ਹੈ, ਸਭ ਤੋਂ ਪਹਿਲਾਂ ਕੰਪਲੀਸ਼ਨ ਸਰਟੀਫਿਕੇਟ ਦਿੰਦਾ ਹੈ ਕਿ ਹਾਂਜੀ ਇਹ ਜਿਹੜੀਆਂ ਤੁਹਾਨੂੰ ਮੈਂ ਸੁਵਿਧਾਵਾਂ ਕਹੀਆਂ ਸੀ ਉਹ ਸਾਰੀਆਂ ਤੁਹਾਨੂੰ ਪ੍ਰੋਵਾਈਡ ਕਰ ਰਿਹਾ। ਐਮਸੀ ਨੂੰ ਉਹ ਲੈਟਰ ਦਿੰਦਾ ਆ, ਫਿਰ ਜਾ ਕੇ ਕਿਤੇ ਰਜਿਸਟਰੀਆਂ ਹੁੰਦੀਆਂ। ਬਟ ਇੱਥੇ ਇਹੋ ਜਿਹਾ ਕੁਝ ਨਹੀਂ ਹੋਇਆ। ਠੀਕ ਹੈ ਜੀ, OC CC ਨਹੀਂ ਮਿਲਿਆ, ਪੈਨਲਟੀ ਰੈਗੂਲਾਈਜ਼ ਦਾ ਪੈਨਲਟੀ ਅਸੀਂ ਦੇ ਰਹੇ ਹਾਂ। ਸੜਕਾਂ ਦਾ ਹਾਲ ਤੁਸੀਂ ਦੇਖ ਰਹੇ ਹੋ, ਇੱਥੇ ਕੀ ਹੈ? ਸਭ ਇੱਥੇ ਕੁਝ ਵੀ ਕੋਈ ਵੀ ਚੀਜ਼ ਮੇਨਟੇਨ ਨਹੀਂ ਹੈ। ਚੌਥਾ ਮੇਨ ਮੁੱਦਾ ਇਹ ਹੈ ਕਿ ਜਿਹੜੇ ਬਿਲਡਰ ਨੇ, ਸਪੋਜ਼ ਕਰੋ ਕਿਸੇ ਉਸਨੇ 2015 ਚ ਇੱਕ ਪਲਾਟ ਵੇਚਿਆ ਹੋਇਆ ਆ, 2015 ਚ ਜਿਹੜਾ ਪਲਾਟ ਵੇਚਿਆ 2023 ਚ ਆ ਕੇ ਉਹ ਓਨਰ ਬਣਾ ਰਿਹਾ ਤੇ ਉਹਦੇ ਕੋਲੋਂ 7 ਤੋਂ 8 ਲੱਖ ਰੁਪਈਆ ਹੋਲਡਿੰਗ ਚਾਰजेस ਦੇ ਨਾਮ ਤੇ ਲਿੱਤਾ ਜਾਂਦਾ ਹੈ। ਜਦ ਵੀ ਕੋਈ ਐਗਰੀਮੈਂਟ ਟੂ ਸੈਲ ਹੁੰਦਾ ਆ, ਇਹ ਸਾਰੇ ਬੰਦਿਆਂ ਵਿੱਚੋਂ ਮੈਨੂੰ ਦੱਸ ਦਿਓ ਕਿੰਨੇ ਕੁ ਬੰਦੇ ਪੜ੍ਹੇ ਲਿਖੇ ਆ ਜਾਂ ਕਿੰਨਿਆਂ ਕੁ ਨੇ ਪੜ੍ਹਿਆ ਹੋਗੇ ਕਿ ਹੋਲਡਿੰਗ ਚਾਰजेस ਲੈਣਾ ਆ। ਇਹ ਨਜਾਇਜ਼ ਉਹਨਾਂ ਤੋਂ ਲੈਂਦਾ ਆ। ਅਗਰ ਉਹ ਨਹੀਂ ਦਿੰਦੇ ਆ, 3 ਸਿਕਿਉਰਿਟੀ ਗਾਰਡ ਬਿਠਾਏ ਹੋਏ ਆ ਗੇਟ ਤੇ, ਉਹਨਾਂ ਨੂੰ ਰੋਕ ਦਿੱਤਾ ਜਾਂਦਾ। ਮੇਰੇ ਕੋਲ ਦੋ ਸਟੇ ਹੈ ਇਸ ਮੈਟਰ ਤੇ ਆਲਰੇਡੀ। ਬਾਕੀ ਇਹਨਾਂ ਵੱਲੋਂ ਰੇਰਾ 'ਚ ਵੀ ਅਸੀਂ ਜਾ ਰਹੇ ਹਾਂ, ਕੰਜ਼ਿਊਮਰ 'ਚ ਵੀ ਜਾ ਰਹੇ, ਡੈਫੀਸ਼ੀਐਂਸੀ ਇਨ ਸਰਵਿਸਿਜ਼, ਬਾਕੀ ਆਲ ਮੈਟਰਸ ਤਾਂ ਜਾ ਹੀ ਰਹੇ ਆ। ਇਹ ਬਿਲਡਰ ਸਿਰਫ ਗੁੰਡਾਗਰਦੀਆਂ ਧਮਕੀਆਂ ਦੇ ਰਿਹਾ ਔਰ ਪੁਲਿਸ ਕੋਲ ਅਸੀਂ ਬਹੁਤ ਵਾਰ ਜਾ ਚੁੱਕੇ ਹਾਂ, ਜਿੱਥੇ ਸਾਡੀ ਇੱਕ ਵਾਰ ਵੀ ਸੁਣਵਾਈ ਨਹੀਂ ਹੋਈ। ਹਾਰ ਕੇ ਅੱਜ ਅਸੀਂ ਇਸ ਜਗ੍ਹਾ ਤੇ ਆਏ ਹਾਂ ਔਰ ਅਸੀਂ ਇਸ ਨੂੰ ਅੱਜ ਵੀ ਇੱਕ ਇੰਟੀਮੇਸ਼ਨ ਦਿੱਤਾ ਸੀ ਕਿ ਤੂੰ ਆ ਕੇ ਸਾਡੇ ਨਾਲ ਮੀਟਿੰਗ ਕਰ, ਬਟ ਉਹ ਪਹੁੰਚਣ ਦੀ ਕਿਰਪਾਲਤਾ ਨਹੀਂ ਕਰ ਸਕੇ। ਉਹ ਕਹਿ ਰਹੇ ਜੀ ਮੈਂ ਤੁਹਾਡਾ ਨੌਕਰ ਨਹੀਂ ਲੱਗਿਆ ਹੋਇਆ ਕਿ ਮੈਂ ਇੱਥੇ ਪਹੁੰਚਾਂ। ਠੀਕ ਹੈ ਜੀ, ਫਿਰ ਇਹ ਸਾਡਾ ਰੋਸ਼ ਹੈ, ਇਹਨਾਂ ਦਾ ਇੱਕ ਤਰੀਕਾ ਹੈ ਰੋਸ ਪ੍ਰਦਰਸ਼ਨ ਕਰਨ ਦਾ। ਔਰ ਮੋਰ ਓਵਰ ਜੋ ਕੋਰਟ ਵਿੱਚ ਮੈਟਰ ਦੇਖਣੇ ਆ ਉਹ ਮੇਰਾ ਕੰਮ ਹੈ ਜੀ, ਉਹ ਮੈਂ ਦੇਖ ਰਹੀ ਹਾਂ ਜੀ। ਸ਼ੁਕਰੀਆ ਜੀ। ਮੈਡਮ ਕੋਰਟ 65 ਲੱਖ ਮੇਰੇ ਅਕੋਰਡਿੰਗਲੀ 2014 ਵਿੱਚ ਮੇਰੇ ਕੋਲ ਇੱਕ ਗਮਾਡਾ ਦਾ ਲੈਟਰ ਹੈ, ਉਹਦੇ ਵਿੱਚ 2 ਕਰੋੜ 76 ਲੱਖ ਸਮਥਿੰਗ ਦੇ ਹੈ ਔਰ ਜਿਹਦੇ ਵਿੱਚੋਂ ਅੱਜ ਤੱਕ 63 ਲੱਖ ਪੇ ਕੀਤੀ ਗਈ ਹੈ, ਜੋ ਮੈਂ ਫਾਈਲ ਇੰਸਪੈਕਟ ਕਰਕੇ ਆਈ ਹਾਂ। ਐਮਸੀ ਨੂੰ ਅਸੀਂ ਤਕਰੀਬਨ 70 RTI ਡਾਲੀ ਹੈ, ਉਹਦੇ ਵਿੱਚੋਂ ਸਾਨੂੰ ਇਹਦੇ ਵਿੱਚ ਸਾਰਾ ਸਾਡੇ ਕੋਲ ਬਿਊਰਾ ਹੈ, ਉਹਦੇ ਵਿੱਚ ਇਹੀ ਹੈ ਕਿ ਤੁਹਾਡੇ ਕੋਲੋਂ ਮੰਗਿਆ ਹੋਇਆ ਜੋ ਵੀ ਤੁਸੀਂ ਰਿਕਾਰਡ ਮੰਗ ਰਹੇ ਆ ਸਾਡੇ ਕੋਲ ਉਪਲਬਧ ਨਹੀਂ ਹੈ। ਉਹਦੇ ਵਿੱਚ ਅਸੀਂ OCC ਮੰਗਿਆ ਸੀ, CC ਮੰਗਿਆ ਸੀ ਔਰ ਅਸੀਂ ਮੰਗਿਆ ਸੀ ਕੋਈ ਪੈਨਲਟੀ। ਤੇ ਉਹਨਾਂ ਨੂੰ ਪੁੱਛਿਆ ਤੁਸੀਂ ਅੱਜ ਤੱਕ ਪੈਨਲਟੀ ਦਾ ਕੋਈ ਲੈਟਰ ਕਿਉਂ ਨਹੀਂ ਕੱਢਿਆ? ਉਹ ਕਹਿੰਦੇ ਜੀ ਤੁਹਾਡੇ ਕੋਲੋਂ ਲਿੱਤਾ ਜਾ ਰਿਹਾ ਹੈ ਉਹ। ਔਰ ਅਸੀਂ ਰੈਗੂਲਾਈਜ਼ ਦੇ ਸਾਰੇ ਲੋਕਾਂ ਨੂੰ ਪੁੱਛ ਲਓ, ਸਾਡੇ ਕੋਲ ਪ੍ਰੂਫ ਹੈ ਕਿ ਅਸੀਂ ਉਹ MC ਨੂੰ ਕੋਈ 1.5 ਲੱਖ ਦੇ ਰਿਹਾ, ਕੋਈ 2 ਕਰੋੜ ਦੇ ਰਿਹਾ ਆ ਤੇ ਅਸੀਂ ਉਹ ਪੇ ਕਰ ਰਹੇ ਹਾਂ ਜੀ। ਤੇ ਇਸ ਤੋਂ ਇਲਾਵਾ ਇਸ ਬੰਦੇ ਦਾ ਕੋਈ ਹੋਰ ਪ੍ਰੋਜੈਕਟ ਵੀ ਹੈਗਾ? ਬਿਲਕੁਲ ਜੀ, ਇੱਕ ਹੁਣ ਇਹਨੇ ਆ 골ਡਨ ਪਾਮ ਹੈ,
ਹੁਣ ਇਹ 골ਡਨ ਪਾਮ ਪ੍ਰੀਮੀਅਮ ਹੈ, ਇੱਕ ਹੈ ਜੀ ਪਾਮਸ, ਬਾਕੀ Palms ਕਰਕੇ ਪਾਮਸ ਹੋਮਸ ਛੋਟਾ ਕਰਕੇ ਹੈ। ਔਰ ਜੀ ਇਹ ਤੁਹਾਨੂੰ ਪਤਾ ਜਦ ਤੱਕ ਇੱਕ ਪ੍ਰੋਜੈਕਟ ਦੀ ਪੈਂਡੈਂਸੀ ਨਾ ਖਤਮ ਹੋ ਜਾਵੇ, ਜੋ ਵੀ ਉਹਦੇ ਪੈਂਡਿੰਗ ਅਮਾਉਂਟ ਨਾ ਖਤਮ, ਦੂਸਰਾ ਪ੍ਰੋਜੈਕਟ ਨਹੀਂ ਖੁੱਲਦਾ। ਬਟ ਇਸਨੇ ਸਭ ਕੁਝ ਇਲੀਗਲੀ ਕੀਤਾ। ਮੋਰ ਓਵਰ ਜੀ ਇੱਥੇ 653 ਪਲਾਟ ਰੈਜ਼ੀਡੈਂਸ਼ੀਅਲ ਪਲਾਟ ਔਰ 53 ਦੇ ਅਕੋਰਡਿੰਗਲੀ 300 ਅਕੋਰਡਿੰਗਲੀ ਮੇ ਬੀ ਦੁਕਾਨਾਂ ਸੀ, ਕਮਰਸ਼ੀਅਲ ਪ੍ਰੋਜੈਕਟ ਸੀ। ਹੁਣ ਇੱਥੇ ਇਨਕਰੋਚਮੈਂਟ ਕੀਤੇ ਜਾ ਰਹੇ, ਜੋ ਗਮਾਡਾ ਦਾ ਅਪਰੂਵਡ ਨਕਸ਼ਾ ਸੀ ਉਸ ਤੇ ਵੀ ਇਨਕਰੋਚਮੈਂਟ ਕੀਤੀ ਜਾ ਰਹੀ ਹੈ। ਇੱਥੇ ਬਹੁਤ ਜ਼ਿਆਦਾ ਇਨਕਰੋਚਮੈਂਟ ਹੋ ਚੁੱਕੀ ਹੈ। ਗਮਾਡਾ ਦੇ ਧਿਆਨ ਚ ਲਿਆਂਦਾ ਗਿਆ ਮਾਮਲਾ ਕਦੀ? ਬਿਲਕੁਲ ਜੀ, ਅੱਜ ਅਜੇ ਨਹੀਂ ਜੀ, ਕੱਲ ਸਾਡੀ ਐਮਸੀ ਕੋ ਕੰਪਲੇਂਟ ਜਾ ਰਹੀ ਹੈ, ਗਮਾਡਾ ਨੂੰ ਵੀ ਜਾ ਰਹੀ ਹੈ, ਐਸਟੀਬੀ ਪਲਾਂਟ ਦੇ ਰਿਲੇਟਡ ਵੀ ਬਹੁਤ ਸਾਰੀ ਕੰਪਲੇਂਟਸ ਕਰ। ਐਸਸੀਪੀ ਪਤਾ ਕਿੱਥੇ ਗਏ ਇਹ ਗੰਦਗੀ ਘੇਰ ਰਹੇ ਆ ਜਿਹੜੀ? ਇਹ ਜੀ ਮੈਨੂੰ ਨਹੀਂ ਪਤਾ, ਖੁੱਲਾ ਹੀ ਜੁੜਿਆ ਹੋਇਆ ਹੈ ਖੁੱਲਾ ਇਹਨਾਂ ਨੇ ਨਹੀਂ, ਆਪਦੇ ਕੋਈ ਬਾਹਰ ਆਈਡੀਆ ਨਹੀਂ ਜੀ ਕਿਸੇ ਨੇ ਕਿਸੇ ਐਮਸੀ ਦੇ ਨਾਲ ਦਾ ਕਿਸੇ ਨਾਲ ਜੋੜ ਰੱਖਿਆ ਹੈ। ਸੀਵਰੇਜ हाउस नंबर 521। ਕਿੰਨੇ ਟਾਈਮ ਤੋਂ ਰਹਿ ਰਹੇ ਇੱਥੇ? यहाँ तो अभी सर अभी 1 महीना से रह रहा हूँ। उससे पहले पिछले साल जून में मैंने प्लॉट लिया था। मेरे को होल्डिंग चार्ज के नाम पे 4,85,000 मांगे गए। मैंने इनको देने से मना कर दिया, मैं इनलीगल है ये। मैं कोर्ट में गया, स्टे लेके आया। स्टे के बाद भी मुझे नहीं बनाने गया, ज़बरदस्ती मेरे से लड़ाई झगड़ा गया, यहाँ पे मारपीट करने की कोशिश की गई। फिर किसी तरह करके दोबारा बंदे इकट्ठे हुए मेरे साथ, इन्होंने साहब ने साथ दिया, तो फिर मैंने मकान बनाया। अब उसके बाद भी मुझे पानी काटने, कनेक्शन काटने की धमकी दी जा रही है। पूरी तरह से मुझे मारने की कोशिश की जा रही है कि मैं किसी तरह मेरे को मार दिया जाए। कोई रास्ता नहीं है जहाँ से आपसे पैसे न ठगे जाए? ना, सारे रास्ते मतलब ऐसा कर दिया, बहुत बुरा हाल। 112 नंबर पे भी 112 नंबर पे कितने बार कॉल कर चुका, कोई पुलिस नहीं आती यहाँ पे। मुख्यमंत्री तक को भी मेरा नाम सविता गुप्ता है। मैं पिछले 8 साल से यहाँ पे रह रही हूँ। तो अभी पिछले हफ्ते में 2-3 दिन के लिए घर गई और जब मैं चौथे दिन मैंने आना था तो मैंने कैमरे से देखा कि मेरे घर में 3 चोर घुसे हुए हैं। उन्होंने गेट टापा और मेरे घर का दरवाज़ा तोड़ा और उन्होंने मेरे लॉकर से मेरे जो ज्वेलरी थी वो उठा के ले गए। सारे घर को तहस नहस किया है। मेरा ये है कि मैं पिछले 8 साल से रह रही हूँ, मैं सोसाइटी चार्जेस भी दे रही हूँ, उसके बावजूद मेरी कोई सेफ्टी नहीं है, सोसाइटी के लोगों की भी कोई सेफ्टी नहीं है, हमारे लिए कोई सिक्योरिटी नहीं है यहाँ पे। बिल्डर वालों कितने की सिक्योरिटी गार्ड इतना प्रोवाइड कराया गया है? बिल्डर ने हमारे को 2 सिक्योरिटी गार्ड दिए, वो भी नाम के हैं, कोई एंट्री नहीं होती है, कुछ नहीं होता, कैमरे तक नहीं चल रहे हैं। अगर कैमरा लाइव होता, एक ही दिन में एक ही रात में 4 घरों में चोरी हुई है सर। अगर कोई सिंगल लेडी उसको तो चाकू मार देगा, क्या सिक्योरिटी हमारी? हमने अपने लाखों रुपए लगाए सर। आज की डेट में इतने तो हम अमीर नहीं कि यहाँ से बेच के कहीं और चले जाएंगे। हमने एक भरोसा, हमारे को उसने बोला क्लब बनाएंगे, जिम बनाएंगे। आज 8 साल हो गए, ना तो कोई क्लब है ना जिम है, इतना टूटा हुआ क्लब है। अगर मैंने कोई बर्थडे पार्टी भी करनी है, ही इज टेकिंग 4,000 रुपीज फ्रॉम अस। वो हमसे 4,000 रुपए लेता है। किस बात के चार्जेस ले रहा है सर वो? ना कभी गलियां साफ होती है। मेरे घर में सांप निकला लास्ट ईयर, मेरे घर के पीछे घास था, मैंने खुद पैसे देके मालिक को 500 रुपए देके सफाई करवाई। ना कोई सफाइयाँ हो रही है। आप रोड देखो इतने टूटे हुए हैं। हम लोग कमाने आए हैं, हम सुबह जाते हैं शाम को आते हैं, पर यहाँ सिक्योरिटी नाम की कोई चीज़ नहीं है। इवन लेडीज़ हैं बेचारी, घर में रहती है, तो उनके लिए भी कोई सिक्योरिटी नहीं है। दिन में भी चोर यहाँ पे घुसते हैं। तो मेरा क्वेश्चन है कि फिर ये किस नाम की सोसाइटी क्या है यहाँ पे जो हमें प्रोवाइड कर रहा है? हमें यहाँ से कुछ नहीं है, हमारी सिक्योरिटी नील है। यहाँ लेडीज भी सेफ नहीं है, जेंट्स भी सेफ नहीं है, बच्चे भी सेफ नहीं है। अब गाड़ियाँ तो हम घर के अंदर नहीं घुसाएंगे, गाड़ियाँ हमारी बाहर खड़ी रहती हैं। उस दिन 2:38 पे 2 गार्ड यहाँ से घूमते हुए गए हैं और 3 बजे चोरी हो जाती है। फिर क्या सिक्योरिटी है सोसाइटी में? मेरा क्वेश्चन ये है सर। और आई विल नॉट पे एनी सिंगल पेनी टू द बिल्डर। मैं उसको कोई पैसा नहीं दूंगी। मैंने दिया 2.5 साल ये सोच के कि चलो हो जाएगा। किस बात का पैसा दें सर? आज हूँ, कल मेरे को मेरा कत्ल करके चले जाएंगे वो तो। परसों ये बच्चियां हैं छोटी छोटी, दे आर यंग चाइल्ड, जेंट्स का भी हो सकता है, छोटे छोटे बच्चे हैं, उनके लिए कोई पार्क की सुविधा नहीं है, सांप घूम रहे हैं। हमने ये सोच के थोड़ा खरीदा था यहाँ पे। हमने तो सोचा था कि सोसाइटी हम मना नहीं करते, हम